ਤੋਂ ਬਾਅਦ ਇਸੇ ਹੀ ਗੱਲਬਾਤ ਦੇ ਵਿੱਚ ਜ਼ਿਕਰ ਇੱਕ ਹੋਰ ਪੰਜਾਬੀ ਸਿੰਗਰ ਦਾ ਵੀ ਹੈ। ਉਹ ਨਾਮ ਹੈ ਅਫਸਾਨਾ ਖਾਨ। ਜੀ ਹਾਂ, ਗੋਲਡੀ ਬਰਾੜ ਨੇ ਅਫਸਾਨਾ ਖਾਨ ਦਾ ਵੀ ਜ਼ਿਕਰ ਕੀਤਾ ਹੈ। ਹੁਣ ਅਫਸਾਨਾ ਖਾਨ ਦਾ ਜ਼ਿਕਰ ਕਿਉਂ ਹੋਇਆ, ਉਹ ਵੀ ਬ੍ਰੇਕਿੰਗ ਆਏਗੀ ਸਾਡੇ ਸਾਹਮਣੇ। ਗੈਂਗਸਟਰ ਗੋਲਡੀ ਬਰਾੜ ਜਦੋਂ ਜ਼ਿਕਰ ਕਰ ਰਿਹਾ ਤਾਂ ਅਫਸਾਨਾ ਖਾਨ ਦਾ ਵੀ ਜ਼ਿਕਰ ਕਰਦਾ ਹੋਇਆ ਨਜ਼ਰ ਆਇਆ ਹੈ। और अफसाना खान का जिक्र कर रहे हैं कि कतल तो कुछ दिन पहला गुरलाल नूं अफसाना खान मिली सी। अफसाना खान ते गुरलाल बराड़ दी जिहड़ी गलबात हुई वो सिद्धू मूसेवाला दे कोल पहुंच गई ते उस तो बाद भी अगे घटनाक्रम वापरिया। बिल्कुल, क्योंकि गुरलाल बराड़ ने अपनी एक म्यूजिक कंपनी शुरू की थी और इस म्यूजिक कंपनी करके वो सिंगर्स दे नाल अगे टाई अप्स कर रहा सी, उन्हां दे स्टेज शोज़ कराने या उन्होंने कोई गाने रिलीज़ करने या इस तरीके दी टाई अप्स होंदे आ जो तुसी म्यूजिक कंपनी खोलते हो रिकॉर्डिंग नूं लैके। सो उस गलबात दे दौरान कोई गल्लां सिद्धू मूसेवाला बारे गुरलाल बराड़ ने कहियां। ये गल खुद गोल्डी बराड़ अपनी इस गलबात दे विच कह रहा और क्योंकि अफसाना खान सिद्धू मूसेवाला नूं अपना भरा कहंदी सी और अफसाना खान रखड़ी बन्नदे सी सिद्धू मूसेवाला दे, सो इस करके अफसाना खान ने तुरंत वो गल्लां जिहड़ियां सी ਉਹ ਸਿੱਧੂ ਮੂਸੇਵਾਲਾ ਨੂੰ ਦੱਸ ਦਿੱਤੀਆਂ। ਇਹ ਖੁਦ ਗੋਲਡੀ ਵੀ ਇਸ ਚੀਜ਼ ਦਾ ਜ਼ਿਕਰ ਕਰ ਰਿਹਾ, ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਆਇਆ ਕਈ ਵਾਰ ਮੀਡੀਆ ਦੇ ਹਲਕਿਆਂ ਦੇ ਵਿੱਚ। ਤਾਂ ਉਸ ਤੋਂ ਬਾਅਦ ਫਿਰ ਇੱਕ ਸਿੱਧੂ ਮੂਸੇਵਾਲਾ ਦੇ ਦੋਸਤਾਂ ਨੇ ਇਸ ਗੱਲ ਦਾ ਬੁਰਾ ਜ਼ਰੂਰ ਮਨਾਇਆ ਔਰ ਇਹ ਵੀ ਚਰਚਾਵਾਂ ਨੇ ਕਿ ਸਿੱਧੂ ਮੂਸੇਵਾਲਾ ਦੇ ਦੋਸਤਾਂ ਨੇ ਗੁਰਲਾਲ ਬਰਾੜ ਨੂੰ ਫੋਨ ਵੀ ਕੀਤੇ। ਪਰ ਉਸ ਤੋਂ ਕੁਝ ਦਿਨਾਂ ਬਾਅਦ ਅੱਗੇ ਜਾ ਕੇ ਚੰਡੀਗੜ੍ਹ ਦੇ ਵਿੱਚ ਗੁਰਲਾਲ ਬਰਾੜ ਦਾ ਮਰਡਰ ਹੋ ਜਾਂਦਾ ਹੈ। ਜਿਵੇਂ ਕਿ ਗੋਲਡੀ ਬਰਾੜ ਇਹ ਕਹਿ ਰਿਹਾ ਵੀ ਸਿੱਧੂ ਉਸ ਦੇ ਲਈ ਜ਼ਿੰਮੇਵਾਰ ਸੀ, ਪਰ ਉਸ ਦੇ ਵਿੱਚ ਚਰਚਾਵਾਂ ਪਿਛਲੇ ਦਿਨੀ ਫਰੀਦਕੋਟ ਫਿਰੋਜ਼ਪੁਰ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਕੋਈ ਕੰਮ ਜਿਹੜੇ ਐਸੇ ਚੱਲਦੇ ਸੀ ਜਿਨ੍ਹਾਂ ਤੇ ਅਜ਼ਾਰੇਦਾਰੀ ਆਪਣੀ ਕਾਇਮ ਕਰਨ ਨੂੰ ਲੈ ਕੇ ਵੀ ਗਰੁੱਪਾਂ ਦੇ ਵਿੱਚ ਟਸਲ ਸੀ, ਉਸ ਨੂੰ ਵੀ ਕਿਤੇ ਨਾ ਕਿਤੇ ਵਜ੍ਹਾ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ। ਕਿਉਂਕਿ ਪੁਲਿਸ ਸੋਰਸਿਸ ਬਹੁਤ ਕੁਝ ਕਹਿੰਦੇ ਨੇ, ਇਹ ਵੈਸੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਇਹ ਚੀਜ਼ਾਂ, ਪਰ ਉੱਥੇ ਵੀ ਅਜ਼ਾਰੇਦਾਰੀ ਨੂੰ ਲੈ ਕੇ ਇਹ ਟਸਲ ਪਹਿਲੇ ਤੋਂ ਚੱਲਦੀ ਆ ਰਹੀ ਸੀ। ਪਰ ਗੋਲਡੀ ਬਰਾੜ ਨੇ ਜਿਹੜਾ, ਮੈਂ ਫਿਰ ਉਹ ਇਸੇ ਗੱਲ ਦਾ ਜ਼ਿਕਰ ਕਰੂੰਗਾ ਕਿ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਸਿੱਧੂ ਜ਼ਿੰਮੇਵਾਰ ਹੈ, ਤਾਂ ਇਸ ਗੱਲ ਨੂੰ ਵੀ ਵਿੱਚ ਆਧਾਰ ਬਣਾਇਆ ਜਾਏ। ਬਿਲਕੁਲ, ਅਫਸਾਨਾ ਖਾਨ ਦਾ ਜ਼ਿਕਰ ਆਉਂਦਾ ਹੈ ਕਿ ਜਿਹੜਾ ਗੁਰਲਾਲ ਬਰਾੜ ਤੇ ਅਫਸਾਨਾ ਖਾਨ ਦੀ ਕੋਈ ਗੱਲਬਾਤ ਹੋਈ ਤੇ ਜਿਹੜੀ ਗੱਲਬਾਤ ਦੇ ਵਿੱਚ ਕੋਈ ਵਧਵੀਂ ਘਟਵੀਂ ਗੱਲ ਕਹਿ ਦਿੱਤੀ ਗੁਰਲਾਲ ਨੇ ਤੇ ਅਫਸਾਨਾ ਨੇ ਉਹੀ ਗੱਲ ਜਾ ਕੇ ਅੱਗੇ ਸਿੱਧੂ ਮੂਸੇਵਾਲਾ ਨੂੰ ਕਹਿ ਦਿੱਤੀ। ਮੂਸੇਵਾਲਾ ਦੇ ਦੋਸਤਾਂ ਨੇ ਉਸ ਗੱਲ ਦੇ ਉੱਤੇ ਗੁਰਲਾਲ ਬਰਾੜ ਨੂੰ ਫੋਨ ਕਰ ਦਿੱਤਾ। ਉਸ ਤੋਂ ਕੁਝ ਦਿਨ ਬਾਅਦ ਗੁਰਲਾਲ ਦਾ ਕਤਲ ਹੋ ਜਾਂਦਾ ਹੈ। ਸੁਣਵਾਉਂਦੇ ਹਾਂ ਤੁਹਾਨੂੰ ਅਫਸਾਨਾ ਖਾਨ ਦਾ ਜ਼ਿਕਰ ਕਿਉਂ। ਅਫਸਾਨਾ ਖਾਨ ਮਿਲੀ ਸੀ ਗੁਰਲਾਲ ਦੇ ਪੂਰੇ ਹੋਣ ਤੋਂ ਕੁਝ ਕੁ ਦਿਨ ਪਹਿਲਾਂ, 1-2 ਹਫ਼ਤੇ ਪਹਿਲਾਂ ਗੁਰਲਾਲ ਨੇ ਮਿਊਜ਼ਿਕ ਕੰਪਨੀ ਖੋਲੀ ਸੀ ਲਾਰੈਂਸ ਵੀਰ ਦੇ ਕਹਿਣ ਤੇ। ਠੀਕ ਹੈ, ਇਹਨਾਂ ਨੂੰ ਇਹ ਜੈਲਸੀ ਹੋ ਗਈ ਵੀ ਹਾਂ ਇਹ ਲਾਰੈਂਸ ਦੇ ਕਹਿਣ ਤੇ ਗੁਰਲਾਲ ਨੇ ਮਿਊਜ਼ਿਕ ਕੰਪਨੀ ਖੋਲੀ ਵੀ ਇਹ ਇਨਵੋਲਵ ਹੋਣ ਲੱਗਣਗੇ ਇਹ ਚੀਜ਼ਾਂ 'ਚ ਵੀ, ਕਿਉਂਕਿ ਇਹ ਪਹਿਲਾਂ ਕਈ ਸਿੰਗਰਾਂ ਨੂੰ ਡਰਾ ਧਮਕਾ ਕੇ ਗਾਣੇ ਗੂਣੇ ਲੈਂਦੇ ਸੀ ਸਿੱਧੂ ਦੇ ਥਰੂ ਸਾਡੇ ਐਂਟੀ। ਇਹਨਾਂ ਨੂੰ ਐ ਹੋ ਗਿਆ ਵੀ ਇਹ ਵੀ ਇਨਵੋਲਵ ਹੋਣਗੇ। ਉਸੇ ਮਨਦੀਪ ਧਾਲੀਵਾਲ ਨੇ ਜਿਹੜਾ ਇਹ ਸਿੱਧੂ ਦੀ ਗੱਡੀ 'ਚ ਬੈਠਾ ਹੁੰਦਾ ਸੀ, ਉੱਥੇ ਅਫਸਾਨਾ ਖਾਨ ਜਦੋਂ ਗੁਰਲਾਲ ਕੋਲੇ ਬੈਠੀ ਸੀ, ਗੁਰਲਾਲ ਨੇ ਕੋਈ ਵਧਵੀਂ ਘਟਵੀਂ ਗੱਲ ਕਰਤੀ ਸਿੱਧੂ ਬਾਰੇ। ਉਹਨਾਂ ਦਿਨਾਂ 'ਚ ਕੋਈ ਸਿੱਧੂ ਦਾ ਲਾਰੈਂਸ ਵੀਰ ਨਾਲ ਰੌਲਾ ਚੱਲ ਰਿਹਾ ਸੀ, ਕੋਈ ਉਹ ਗੱਲ ਕਰਤੀ ਵੀ ਇਹਨੂੰ ਕੀ ਲੋੜ ਆ, ਉਹਨਾਂ ਨੇ ਮਾਰ ਦੇਣਾ ਇਹਨੂੰ, ਏਦਾਂ ਜਾਂ ਓਦਾਂ। ਉਹ ਗੱਲ ਜਦੀ ਟਰੈਵਲ ਹੋ ਗਈ, ਘਰੋਂ ਨਿਕਲਦੇ ਸਾਰੀ ਘੰਟੇ ਬਾਅਦ ਹੀ ਮਨਦੀਪ ਧਾਲੀਵਾਲ ਦਾ ਗੁਰਲਾਲ ਦੇ ਨਾਲ ਜਿਹੜਾ ਉੱਥੇ ਇੱਕ ਮੁੰਡਾ ਬੈਠਾ ਸੀ, ਨਵੀਂ ਖੇਮ ਕਰਨ ਉਹਦਾ ਨਾਮ ਹੈ ਯੂਨੀਵਰਸਿਟੀ ਦਾ, ਉਹ ਉਹਨਾਂ ਦਾ ਵੀ ਜਾਣਕਾਰ ਸੀ, ਇਹਦਾ ਵੀ ਜਾਣਕਾਰ ਸੀ। ਉਹਨੂੰ ਫੋਨ ਲਾ ਕੇ ਮਨਦੀਪ ਧਾਲੀਵਾਲ ਨੇ ਗਾਲਾਂ ਕੱਢੀਆਂ, ਧਮਕੀਆਂ ਦਿੱਤੀਆਂ ਵੀ ਅਸੀਂ ਮਾਰ ਦਾਂਗੇ ਇਹਨੂੰ, ਆਏ ਆ ਜਾਉਂ। ਗੁਰਲਾਲ ਨੇ ਉਹ ਚੀਜ਼ ਇਗਨੋਰ ਕਰਤੀ, ਸਾਡੇ ਕੋਲੇ ਵੀ ਨਹੀਂ ਦੱਸੀ। ਉਹਨੂੰ ਐ ਸੀ ਜਿਵੇਂ ਭਰਾਵਾਂ ਨੂੰ ਦੱਸੂਗਾ ਲੜਾਈ ਵਧੂਗੀ, ਛੱਡ ਪਰਾਂ ਕੀ ਲੈਣਾ, ਆਪਾਂ ਵਧੀਆ ਇੱਥੇ ਚੰਗੇ ਭਲੇ ਤੁਰੇ ਫਿਰਦੇ ਆ, ਆਪਣਾ ਕਿਸੇ ਨੇ ਕੀ ਰੋਲਾ ਵੀ ਐਵੇਂ ਭੌਂਕੀ ਜਾਣਗੇ। ਤਾਂ ਅਫਸਾਨਾ ਖਾਨ ਦਾ ਜ਼ਿਕਰ ਕਰਦਾ ਹੋਇਆ ਗੋਲਡੀ ਬਰਾੜ ਨਜ਼ਰ ਆ ਰਿਹਾ ਕਿ ਗੁਰਲਾਲ ਦੇ ਨਾਲ ਉਸਦੀ ਗੱਲਬਾਤ ਹੋਈ ਸੀ। ਪਰ ਇਸ ਸਭ ਦੇ ਵਿਚਾਲੇ SYL ਗੀਤ ਰਿਲੀਜ਼ ਹੁੰਦਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੇ SYL ਗੀਤ ਦੇ ਉੱਤੇ ਵੀ ਗੋਲਡੀ ਬਰਾੜ ਬੋਲਿਆ ਤੇ SYL ਗੀਤ ਦੀ ਵੀ ਪ੍ਰਸ਼ੰਸਾ ਕਰਦਾ ਨਜ਼ਰ ਆਇਆ ਕਿ ਸੋਹਣਾ ਗਾਇਆ ਗੀਤ ਹੈ। ਬਿਲਕੁਲ, ਗੀਤ ਦੀ ਪ੍ਰਸ਼ੰਸਾ ਜ਼ਰੂਰ ਕੀਤੀ ਹੈ, ਪਰ ਨਾਲ ਦੀ ਨਾਲ ਸਵਾਲ ਚੱਕੇ ਨੇ ਗੌਰਵ, और उसने कहा कि SYL गीत गाना और SYL गीत उस व्यक्ति वालों गाना जिहड़ा कांग्रेस पार्टी का हिस्सा रहा है, इस नूं लैके गोल्डी बराड़ ने सवाल चक्के ने कि SYL गीत जिहड़ा है वो एक तरीके नाल जे पोलिटिकली देखिए तो कांग्रेस के अगेंस्ट है, क्योंकि SYL की जिहड़ी नहर का पहला टक इंदिरा गांधी ने लाया सी, सब कुछ पब्लिक डोमेन दे विच है। और उस चीज़ नूं आधार बना के गुरलाल बराड़ कह रहा है कि SYL गीत सोहना है, एक जोशीला है, जोश भरिया नौजवानों दे विच सच्चाई दसदा है, पर जिहड़ी पार्टी ते इसदे इल्जाम लगदे ने, जिहड़ी पार्टी कटहरे दे विच खड़ी है SYL नूं लैके, उसे पार्टी तो तुसीं चोण लड़दे हो, ਤਾਂ ਫਿਰ ਗੋਲਡੀ ਬਰਾੜ ਇਸ ਗੱਲ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਕਿ ਇਹ ਜਿਹੜਾ ਹੈ ਇਹ ਉਹਨਾਂ ਦੇ ਕਿਰਦਾਰ ਤੇ ਸਵਾਲ ਚੱਕਦਾ ਹੈ ਕਿ ਤੁਸੀਂ ਇੱਕ ਪਾਰਟੀ ਨਾਲ ਜੁੜੇ ਹੋ ਤੇ ਦੂਸਰੇ ਪਾਸੇ ਤੁਸੀਂ
SYL ਦੇ ਜ਼ਿਕਰ ਮਤਲਬ ਕਰਦੇ ਹੋ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ SYL ਗੀਤ ਨੂੰ ਲੈ ਕੇ ਗੋਲਡੀ ਬਰਾੜ ਕਹਿ ਰਿਹਾ ਹੈ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀਆਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਤਾਂ SYL ਦੇ ਗੀਤ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਔਰ SYL ਗੀਤ ਨੂੰ ਕਿਹਾ ਕਿ ਸੋਹਣਾ ਗਾਇਆ, ਗਾਣਾ ਇਹ ਸੁਣਦਾ ਸੀ ਪਰ ਕਤਲ ਕਰ ਦਿੱਤਾ। ਅੱਗੇ ਵਧਦੇ ਤੇ ਗੱਲ ਰਾਜਾ ਵੜਿੰਗ ਦੀ ਕਰਾਂਗੇ। ਗੋਲਡੀ ਰਾਜਾ ਵੜਿੰਗ ਦੇ ਉੱਤੇ ਵੀ, ਗੋਲਡੀ ਬਰਾੜ ਰਾਜਾ ਵੜਿੰਗ ਦੇ ਉੱਤੇ ਵੀ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ। ਇਹ ਵੀ ਇਸ ਪੂਰੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ। ਮਿੱਡੂ ਖੇੜਾ ਦੇ ਅਤੇ ਗੁਰਲਾਲ ਦੇ ਕਤਲ ਦੇ ਦੋਸ਼ੀਆਂ ਨੂੰ ਸ਼ਹਿ ਦਿੱਤੀ ਗਈ। ਇਹ ਇਲਜ਼ਾਮ ਰਾਜਾ ਵੜਿੰਗ ਦੇ ਉੱਤੇ। ਰਾਜਾ ਵੜਿੰਗ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਔਰ ਰਾਜਾ ਵੜਿੰਗ ਦੇ ਉੱਤੇ ਜਿਹੜੀਆਂ ਇਲਜ਼ਾਮ ਨੇ ਗੋਲਡੀ ਬਰਾੜ ਆਪਣੀ ਵੀਡੀਓ ਦੇ ਵਿੱਚ ਲਗਾ ਰਿਹਾ ਹੈ। ਕਿਉਂਕਿ ਗੌਰਵ ਇਸ ਦੇ ਵਿੱਚ ਬੜਾ ਸਪਸ਼ਟ ਹੈ ਕਿ ਰਾਜਾ ਵੜਿੰਗ ਦੀ ਨੇੜਤਾ ਬਹੁਤ ਜ਼ਿਆਦਾ ਸੀ ਸਿੱਧੂ ਮੂਸੇ ਨਾਲ, ਔਰ ਇਨਫੈਕਟ ਇਹ ਵੀ ਕਿਹਾ ਜਾਂਦਾ ਕਿ ਸਿੱਧੂ ਮੂਸੇਵਾਲਾ ਨੂੰ ਰਾਜਾ ਵੜਿੰਗ ਹੀ ਸਿਆਸਤ ਦੇ ਵਿੱਚ ਲੈ ਕੇ ਆਏ, ਕਾਂਗਰਸ ਪਾਰਟੀ ਦੇ ਵਿੱਚ ਲੈ ਕੇ ਆਏ। ਸੋ ਰਾਜਾ ਵੜਿੰਗ ਦੇ ਨਾਲ ਨੇੜਤਾ ਜਗ ਜ਼ਾਹਿਰ ਹੈ। ਔਰ ਜਦੋਂ ਗੋਲਡੀ ਬਰਾੜ ਹੋਰੀ ਆਪਦੀ ਇਸ ਗੱਲਬਾਤ ਦੇ ਵਿੱਚ ਆਪਦੀ ਇਲਜ਼ਾਮ ਤਰਾਸ਼ੀ 'ਚ ਇਹ ਗੱਲਾਂ ਕਹਿ ਦਿੰਦੇ ਆ ਵੀ ਇਸਨੇ ਮਦਦ ਕੀਤੀ ਜਾਂ ਉਹਨਾਂ ਦੋਸ਼ੀਆਂ ਨੂੰ ਕਿਸੇ ਤਰੀਕੇ ਨਾਲ ਬਚਾਇਆ, ਤਾਂ ਉਸ ਦੇ ਵਿੱਚ ਨਾਮ ਰਾਜਾ ਵੜਿੰਗ ਦਾ ਜਾਂ ਹੋਰ ਜਿਹੜੇ ਕੋਈ ਇੱਕ ਦੋ ਇਹਨਾਂ ਦੇ ਨਜ਼ਦੀਕੀ ਸਾਥੀ ਆ ਰਾਜਾ ਵੜਿੰਗ ਹੋਰਾਂ ਦੇ, ਉਹਨਾਂ ਦਾ ਵੀ ਲਿਆ ਜਾ ਰਿਹਾ ਕਿ ਇਹਨਾਂ ਨੇ ਸਿੱਧੇ ਤਰੀਕੇ ਨਾਲ ਮਦਦ ਕੀਤੀ। ਇਸ ਚੀਜ਼ ਨੂੰ ਵੀ ਉਹ ਜ਼ਿੰਮੇਵਾਰ ਦੱਸ ਰਹੇ ਹੈ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ। ਇੱਥੋਂ ਤੱਕ ਗੋਲਡੀ ਬਰਾੜ ਰਾਜਾ ਵੜਿੰਗ ਨੂੰ ਲੈ ਕੇ ਕੀ ਕੁਝ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਮਿੱਡੂ ਖੇੜੇ ਵਾਲੇ ਕੇਸ 'ਚ, ਗੁਰਲਾਲ ਬਰਾੜ ਵਾਲੇ ਕੇਸ 'ਚ ਜਿਹੜੇ ਬੰਦੇ ਬਾਈ ਨੇਮ ਪੁਲਿਸ ਨੇ ਅਕਿਊਜ਼ ਕੀਤੇ ਸੀ, ਮਨਦੀਪ ਧਾਲੀਵਾਲ ਹੋਣੀ ਤੇ ਅਰਸ਼ ਭੁੱਲਰ ਹੋਣੀ, ਉਹ ਸਿੱਧੂ ਹੋਣਿਆਂ ਨੇ, ਰਾਜੇ ਵੜਿੰਗ ਹੋਣਿਆਂ ਨੇ, ਬਾਬੇ ਸੰਧੂ ਹੋਣਿਆਂ ਨੇ ਜੋ ਐਡਵੋਕੇਟ ਜਨਰਲ ਆਫ ਪੰਜਾਬ ਰਿਹਾ, ਉਹਨਾਂ ਨੇ ਜਾ ਕੇ ਪੇਸ਼ ਕਰਾਏ ਸੀ। ਉਹ ਪੇਸ਼ ਕਰਾਉਣ ਕਰਕੇ ਉਹਨਾਂ ਦੇ ਬਹੁਤ ਛੋਟੀਆਂ ਧਾਰਾਵਾਂ ਲੱਗੀਆਂ। ਉਹਨਾਂ ਤੇ ਕੋਈ ਬਾਲੀ ਕੁੱਟਮਾਰ ਨਹੀਂ ਪਈ, ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੋਈ। ਉਹਨਾਂ ਨੂੰ ਐ ਛੁੱਟੀਆਂ ਕਟਾਈਆਂ ਉਹਨਾਂ ਨੇ। ਥਾਣੇ 'ਚ ਵੀ 2-2 ਮਹੀਨੇ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਤੇ ਉਹਨਾਂ ਨੂੰ ਜ਼ਮਾਨਤਾਂ ਹੋਈਆਂ ਬਾਅਦ 'ਚ। ਉਹ ਜ਼ਮਾਨਤਾਂ ਕਰਾਉਣ ਤੋਂ ਬਾਅਦ ਆ ਕੇ ਵੀਰ ਮੇਰੇ, ਉਹਨਾਂ ਦਿਨਾਂ 'ਚ ਇਲੈਕਸ਼ਨ ਚੱਲ ਰਹੇ ਸੀ। ਉਹ ਸਿੱਧੂ ਦੀ ਬੁਲਟ ਪ੍ਰੂਫ ਗੱਡੀ 'ਚ, ਇਸੇ ਬੁਲਟ ਪ੍ਰੂਫ ਫੋਰਚੂਨਰ 'ਚ ਬੈਠੇ ਹੁੰਦੇ ਸੀ। ਸਿੱਧੂ ਦੀ ਗੱਡੀ ਚਲਾ ਰਹੇ ਹੁੰਦੇ ਸੀ, ਦੋਵੇਂ ਤਿੰਨੇ ਸਿੱਧੂ ਦੇ ਨਾਲ ਬੈਠੇ ਹੁੰਦੇ ਸੀ। ਤੇ ਉਸੇ ਗੱਡੀਆਂ ਦੇ ਅੱਗੇ ਪਿੱਛੇ ਪੁਲਿਸ ਟਰੈਪ ਲਾਈ ਬੈਠੀ ਹੁੰਦੀ ਸੀ। ਹਰਿਆਣਾ STF, ਪੰਜਾਬ ਓਕੂ, ਹੋਰ ਪਤਾ ਨਹੀਂ ਕਿਹੜੀਆਂ ਟੀਮਾਂ ਟਰੈਪ ਲਾਈ ਬੈਠੀਆਂ ਹੁੰਦੀਆਂ ਸੀ ਵੀ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਹੜੇ ਐਂਟੀ ਬੰਦੇ ਨੇ, ਜਿਹੜੇ ਹੁਣੇ ਜੇਲ੍ਹਾਂ 'ਚ ਜ਼ਮਾਨਤ ਕਰਕੇ ਆਏ ਨੇ, ਵੀ ਉਹ ਸਿੱਧੂ ਨਾਲ ਤੁਰੇ ਫਿਰਦੇ ਆ ਵੀ ਉਹ ਇਹਨਾਂ ਦੇ ਟਰੈਪ ਲਾਉਣ ਆਉਣਗੇ ਜਾਂ ਸਿੱਧੂ ਦਾ ਲਾਉਣਗੇ ਜਾਂ ਉਹਦਾ ਲਾਉਣਗੇ ਤੇ ਅਸੀਂ ਉਹਨਾਂ ਦੇ ਐਨਕਾਊਂਟਰ ਕਰਾਂਗੇ। ਇੱਥੋਂ ਤੱਕ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਸਾਡੇ ਖਿਲਾਫ। ਤਾਂ ਬਹੁਤ ਸਾਰੀਆਂ ਗੱਲਾਂ ਗੋਲਡੀ ਬਰਾੜ ਵੱਲੋਂ, ਇਸ ਸ਼ਖਸ ਵੱਲੋਂ ਕਹੀਆਂ ਜਾ ਰਹੀਆਂ ਨੇ। ਆਪਣੀ ਇਸ ਵੀਡੀਓ ਦੇ ਵਿੱਚ ਕਈ ਗੱਲਾਂ ਐਸੀਆਂ ਵੀ ਨੇ ਜਿਨ੍ਹਾਂ ਦਾ ਮੂਸੇਵਾਲਾ ਦੇ ਮਰਡਰ ਨਾਲ ਕੋਈ ਸੰਬੰਧ ਨਹੀਂ ਹੈ, ਪਰ ਗੋਲਡੀ ਬਰਾੜ ਇਸ ਵੀਡੀਓ ਮੈਸੇਜ ਦੇ ਵਿੱਚ ਉਹ ਗੱਲਾਂ ਵੀ ਕਰ ਰਿਹਾ ਹੈ। ਯਾਨੀ ਕਿਤੇ ਨਾ ਕਿਤੇ ਗੌਰਵ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਪੰਥਕ ਕਾਰਡ ਜਿਹੜਾ ਹੈ ਉਸਨੇ ਖੇਡਣ ਦੀ ਕੋਸ਼ਿਸ਼ ਕੀਤੀ ਹੈ ਜਾਂ ਆਪਣੇ ਆਪ ਨੂੰ ਪੰਥਕ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਪਿਛਲੇ ਸਮੇਂ ਦੇ ਵਿੱਚ ਜੋ ਕੋਈ ਵਧੀਕੀਆਂ ਹੋਈਆਂ ਨੇ, ਖਾਸ ਕਰਕੇ ਸਿੱਖ ਕਮਿਊਨਿਟੀ ਦਾ ਜੇ ਜ਼ਿਕਰ ਕਰੀਏ, ਉਹਨਾਂ ਦੇ ਨਾਲ ਜੋ ਗੋਲਡੀ ਬਰਾੜ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਕਹਿ ਰਿਹਾ, ਤਾਂ ਉਸ ਦੇ ਵਿੱਚ ਜ਼ਿਕਰ ਆ ਜਾਂਦਾ ਹੈ ਜਗਦੀਸ਼ ਟਾਈਟਲਰ ਦਾ, ਕਿਉਂਕਿ 1984 ਦਾ ਜ਼ਿਕਰ ਕੀਤਾ ਹੈ ਗੋਲਡੀ ਬਰਾੜ ਨੇ ਦੰਗਿਆਂ ਦਾ, ਔਰ ਉਸ ਦੇ ਵਿੱਚ ਜਗਦੀਸ਼ ਟਾਈਟਲਰ ਦੇ ਮਾਰਨ ਦੇ ਪਲਾਨ ਤੱਕ ਦਾ ਖੁਲਾਸਾ ਕੀਤਾ। ਬਿਲਕੁਲ, ਜਗਦੀਸ਼ ਟਾਈਟਲਰ ਜਿਸ ਦੇ ਉੱਤੇ ਇਲਜ਼ਾਮ ਨੇ 1984 ਦੇ ਵਿੱਚ ਸਿੱਖ ਵਿਰੋਧੀ ਦੰਗਿਆਂ ਦੇ ਵਿੱਚ ਸ਼ਾਮਲ ਹੋਣ ਦੇ, ਉਸ ਨੂੰ ਵੀ ਮਾਰਨ ਦਾ ਪਲਾਨ ਸੀ। ਜੋ ਮੈਂ ਪੰਥਕ ਕਾਰਡ ਦਾ ਜ਼ਿਕਰ ਕਰ ਰਿਹਾ ਸੀ, ਬੇਅਦਬੀ ਵਾਲਿਆਂ ਦਾ ਕਤਲ ਕਰਵਾਇਆ, ਕਹਿੰਦੇ ਅਸੀਂ ਹਥਿਆਰ ਦਿੱਤੇ। ਉਸ ਤੋਂ ਬਾਅਦ ਜਗਦੀਸ਼ ਟਾਈਟਲਰ ਨੂੰ ਮਾਰਨ ਦਾ ਪਲਾਨ ਸੀ, ਯਾਨੀ ਕਿ ਜਿਹੜੇ ਪੰਥਕ ਧਿਰਾਂ ਜਾਂ ਫਿਰ ਜਿਹੜੇ ਪੰਜਾਬ ਦੇ ਲੋਕ ਇੱਕ ਪਾਸੇ ਸਿੱਧੂ ਵਾਲੇ ਪਾਸੇ ਖੜੇ ਨੇ, ਉਹ ਕਿਤੇ ਨਾ ਕਿਤੇ ਸੋਚ ਰਿਹਾ ਹੈ ਗੋਲਡੀ ਬਰਾੜ ਕੀ ਅਜਿਹੇ ਬਿਆਨਾਂ ਦੇ ਨਾਲ ਉਹ ਦੱਸੇ ਕਿ ਮੈਂ ਕੀ ਕਰ ਰਿਹਾ ਸੀ। ਤਾਂ ਗੈਂਗਸਟਰਾਂ ਨੇ ਰੇਕੀ ਵੀ ਕੀਤੀ ਸੀ। ਗੋਲਡੀ ਬਰਾੜ ਨੇ ਇਹ ਖੁਲਾਸਾ ਕੀਤਾ ਕਿ ਜਗਦੀਸ਼ ਟਾਈਟਲਰ ਨੂੰ ਵੀ ਮਾਰਨ ਦਾ ਪਲਾਨ ਸੀ, ਰੇਕੀ ਕੀਤੀ ਗਈ ਸੀ। ਜਗਦੀਸ਼ ਟਾਈਟਲਰ ਦੀ ਬੜੀ ਕਰੜੀ ਸੁਰੱਖਿਆ, ਇਹ ਵੀ ਇੱਕ ਵੱਡਾ ਫੈਕਟ ਹੈ। ਸੁਣਾ ਦਿੰਨੇ ਆ ਕੀ ਕਹਿ ਰਿਹਾ ਗੋਲਡੀ ਬਰਾੜ। ਉਹੀ ਲਾਰੈਂਸ ਬਿਸ਼ਨੋਈ ਜਾਂ ਉਹੀ ਮੈਂ ਜਿਹਨੂੰ ਤੁਸੀਂ ਮਾੜਾ ਕਹੀ ਜਾਂਦੇ ਹੋ। ਅਸੀਂ ਸਕੂਲ ਕਾਲਜਾਂ ਟਾਈਮਾਂ 'ਚ ਵੀ ਵੀਰ ਅਸੀਂ ਇਕੱਠੇ ਰਹੇ ਆ। ਸਾਡੇ ਤੇ ਇੱਕ ਕਾਲਜ 'ਚ ਪਰਚਾ ਪੈ ਗਿਆ ਸੀ, ਚੱਲ ਕੋਈ ਸਟੂਡੈਂਟ ਪੋਲਿਟਿਕਸ 'ਚ, ਅਸੀਂ ਉੱਥੋਂ ਭੱਜ ਕੇ ਦਿੱਲੀ ਜਾ ਵੜੇ।
ਹੁਣ ਇਹ ਚੀਜ਼ ਮੈਂ ਜਾਣਦਾ ਜਾਂ ਲਾਰੈਂਸ ਜਾਣਦਾ ਜਾਂ ਉਹ ਸੱਚੇ ਪਾਤਸ਼ਾਹ ਮਹਾਰਾਜ ਜਾਣਦਾ। ਉਹਨਾਂ ਦਿਨਾਂ 'ਚ ਵੀ ਮੈਂ ਤੇ ਲਾਰੈਂਸ ਜਗਦੀਸ਼ ਟਾਈਲਰ ਦੀ ਅਸੀਂ ਰੈਕੀ ਕਰਨ ਜਾਂਦੇ ਰਹੇ ਹਾਂ ਵੀ ਕੀ ਪਤਾ ਲੱਭ ਜੇ ਲੱਭ ਜੇ ਤਾਂ ਮਾਰ ਦਾਂਗੇ ਯਾਰ, ਕੋਈ ਨਹੀਂ ਵੀ ਆਪਦੇ ਵੀ ਰੌਲੇ 'ਚ ਭੱਜੇ ਹੀ ਫਿਰਦੇ ਆ, ਕਿਉਂਕਿ ਪਤਾ ਸੀ ਕੌਮ ਦਾ ਦਰਦ ਪੜਿਆ ਸੀ। ਉਹ ਵੀ ਮੇਰੇ ਨਾਲ ਹਮੇਸ਼ਾ ਲਾਰੈਂਸ ਵੀ ਗੱਲਾਂ ਕਰਦਾ ਰਹਿੰਦਾ ਸੀ ਯਾਰ ਵੀ ਸਿੱਖ ਕੌਮ ਨਾਲ ਬਹੁਤ ਧੱਕਾ ਹੋਇਆ, ਉਹਦੇ ਵੀ ਮਨ 'ਚ ਹਮੇਸ਼ਾ ਹੀ ਦਰਦ ਰਿਹਾ, ਕਿਉਂਕਿ ਪੰਜਾਬੀ ਹੈ ਉਹ ਵੀ ਅਬੋਹਰ ਤੋਂ ਹੈ, ਪੰਜਾਬ ਦਾ ਹੀ ਰਹਿਣ ਵਾਲਾ। ਤਾਂ ਜਗਦੀਸ਼ ਟਾਈਲਰ ਦਾ ਵੀ ਜ਼ਿਕਰ ਕਰ ਦਿੱਤਾ। ਤਾਂ ਗੋਲਡੀ ਬਰਾੜ ਕੀ ਜਸਟੀਫਾਈ ਕਰਨਾ ਚਾਹੁੰਦਾ ਹੈ, ਪਰ ਇੱਕ ਬਹੁਤ ਕਲੀਅਰ ਗੱਲ ਹੈ ਕਿ ਇਸ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ ਔਰ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਹੁਣ ਵਜ੍ਹਾ ਕਾਰਨ ਸਪਸ਼ਟੀਕਰਨ ਜੋ ਮਰਜ਼ੀ ਦਿੰਦਾ ਰਹੇ, ਪਰ ਇਸਨੇ ਇੱਕ ਮਾਂ ਤੋਂ ਉਸਦਾ ਪੁੱਤ ਖੋਲਿਆ, ਪੰਜਾਬ ਤੋਂ ਇੰਨਾ ਜ਼ਬਰਦਸਤ ਟੈਲੈਂਟ ਖੋਲਿਆ।